ABC बुलेटिन में तुहाडा सारिਆਂ ਦਾ ਸਵਾਗਤ। मैं हाँ संदीप लाधूका। ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਤੀਜੇ ਦਿਨ ਮੀਂਹ ਪੈਣ ਦੇ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਰੈੱਡ ਅਲਰਟ ਤੇ ਨੇ, ਕਈ ਯੈਲੋ ਤੇ ਕਈ ਔਰੇਂਜ ਅਲਰਟ ਦੇ ਉੱਤੇ ਨੇ। ਖਾਸ ਕਰਕੇ ਦਰਿਆਵਾਂ ਤੇ ਨਾਲਿਆਂ ਦੇ ਕੰਢੇ ਵਸਦੇ ਲੋਕਾਂ ਲਈ ਮੁਸੀਬਤ ਬਹੁਤ ਜ਼ਿਆਦਾ ਬਣੀ ਹੈ। ਇੱਥੋਂ ਤੱਕ ਕਿ ਸ਼ਹਿਰੀ ਖੇਤਰ ਦੇ ਵਿੱਚ ਵੀ ਹਾਲਾਤ ਨੇ ਜਿਹੜੇ ਉਹ ਨਾਜ਼ੁਕ ਬਣੇ ਹੋਏ ਨੇ। ਮੋਹਾਲੀ ਦੇ ਆਸੇ-ਪਾਸੇ ਔਰ ਸ਼ਹਿਰ ਦਾ ਏਰੀਆ ਵੀ ਕੁਝ ਡੁੱਬਣ ਕਿਨਾਰੇ ਹੈ। ਚੰਡੀਗੜ੍ਹ ਦਾ ਵੀ ਕੁਝ ਇਲਾਕਾ ਜਿਹੜਾ ਖਾਸ ਕਰਕੇ ਸੁਖਣਾ ਲੇਕ ਦੇ ਨਾਲ ਖੋਲ੍ਹੇ ਗਏ ਫਲੱਡ ਗੇਟ ਨੇ ਜਿਹੜੇ ਉਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਤੇ ਕੁਝ ਵਿਧਾਇਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਇਸ ਸਮੇਂ ਦੇ ਦੌਰਾਨ ਕੀ ਕਹਿ ਰਹੇ ਨੇ ਤੇ ਕੀ ਮੰਗ ਸੱਤਾ ਧਿਰ ਤੋਂ ਕਰ ਰਹੇ ਨੇ, ਇਹ ਸਾਰੀਆਂ ਗੱਲਾਂ ਵੀ ਦੱਸਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਦੀ। ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਖਾਸ ਕਰਕੇ ਮੋਹਾਲੀ ਤੇ ਰੋਪੜ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ। ਸੂਬੇ ਦੇ ਵਿੱਚ ਹੋ ਰਹੀ ਲਗਾਤਾਰ ਜਿਹੜੀ ਮੀਂਹ ਦੇ ਕਰਕੇ ਬਣੇ ਹਾਲਾਤ ਨੇ ਉਸ ਦੇ ਲਈ ਪੰਜਾਬ ਪੁਲਿਸ ਨੇ NDRF ਤੇ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਆ ਜਿਹੜੀ STRF ਦੀਆਂ ਟੀਮਾਂ ਨਾਲ ਮਿਲ ਕੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਤੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਲਈ ਤੇਜ਼ੀ ਲਿਆਉਣ ਦੇ ਲਈ ਕੁਝ ਗੱਲਾਂ ਕਹੀਆਂ। ਇੱਥੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਵੀ ਇਹ ਜਾਣਕਾਰੀ ਦਿੱਤੀ ਤੇ ਨਾਲ ਹੀ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਜਲੰਧਰ ਦੇਹਾਤੀ ਤੇ ਪਟਿਆਲਾ ਸ਼ਾਮਲ ਨੇ। ਸੂਬੇ ਵਿੱਚ ਹੜ੍ਹਾਂ ਤੋਂ ਬਚਾਅ ਲਈ ਵਿਸਤ੍ਰਿਤ ਵਿਧੀ ਦੇ ਰਾਹੀਂ ਯਕੀਨੀ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ DGP ਗੌਰਵ ਯਾਦਵ ਤੇ ਵਿਸ਼ੇਸ਼ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਤੇ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਨੇ, ਜਦਕਿ SSPs ਨੂੰ ਫੀਲਡ ਵਿੱਚ ਰਹਿ ਕੇ ਨਿਯਮਿਤ ਸਮੇਂ ਦੇ ਦੌਰਾਨ ਕੰਮ ਕਰਨ ਲਈ ਆਖਿਆ ਗਿਆ। ਮੁੱਖ ਮੰਤਰੀ ਖੁਦ ਦੌਰੇ ਤੇ ਸਨ। ਮੁੱਖ ਮੰਤਰੀ ਵੱਲੋਂ ਜ਼ਮੀਨੀ ਪੱਧਰ ਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਤੇ ਮੋਹਾਲੀ ਦੇ ਰੋਪੜ ਜ਼ਿਲ੍ਹੇ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਿਹੜਾ ਕੀਤਾ ਗਿਆ। ਸਥਿਤੀ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ਉੱਤੇ ਵੀ ਉਹ ਗੇੜੇ ਕੱਢ ਕੇ ਖਾਨਾ ਪੂਰਤੀ ਕਰਨ ਦੀ ਬਜਾਏ ਲੋਕਾਂ ਕੋਲ ਜਾ ਕੇ ਹਾਲਾਤ ਦਾ ਜਾਇਜ਼ਾ ਲੈ ਰਹੇ ਨੇ। ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਹੈਲੀਕਾਪਟਰ ਤੇ ਗੇੜੇ ਦੀ ਬਜਾਏ ਉਹ ਲੋਕਾਂ 'ਚ ਗਏ ਨੇ। ਜ਼ਮੀਨੀ ਪੱਧਰ ਦੇ ਉੱਤੇ ਹਾਲਾਤ ਕੀ ਨੇ? ਮੋਹਾਲੀ ਦੇ ਫੇਜ਼ 6 ਦੇ ਵਿੱਚ ਸਥਿਤ ਰਹਿਣ ਬਸੇਰਾ, ਜਮੁਨਾ ਅਪਾਰਟਮੈਂਟਸ, ਖਰੜ, ਪਿੰਡ ਕਜੌਲੀ, ਬੂਥਗੜ੍ਹ ਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਖਾਨਾ ਪੂਰਤੀ ਦੇ ਲਈ ਗੇੜਾ ਕੱਢਣ ਨਹੀਂ ਆਏ, ਪੂਰਾ ਜਾਇਜ਼ਾ ਲੈ ਰਹੇ ਹਾਂ ਜ਼ਮੀਨੀ ਪੱਧਰ ਦੇ ਉੱਤੇ ਕੀ ਚੱਲ ਰਿਹਾ, ਇਹ ਸਾਰੀਆਂ ਗੱਲਾਂ। ਉਹਨਾਂ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦਿੱਤੀਆਂ ਨੇ, ਵਿਧਾਇਕ ਤੇ ਮੰਤਰੀ ਤੁਹਾਡੇ 'ਚ ਰਹਿਣਗੇ ਔਰ ਸਾਰਿਆਂ ਦੇ ਨਾਲ ਮਿਲ ਕੇ ਇਹ ਸਹਿਯੋਗ ਲੈ ਕੇ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵੀ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਮੀਂਹਾਂ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਾਉਣ ਵਾਲੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ। ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਣੇ ਹਾਲਾਤ ਤੇ ਨਜ਼ਰ ਰੱਖਣ ਦੇ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਉਹਨਾਂ ਨੇ ਵੀ ਕਿਹਾ ਕਿ ਇੱਕ ਕੁਦਰਤੀ ਆਫਤ ਹੈ ਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾਵੇਗਾ। ਮੁੱਖ ਮੰਤਰੀ ਵੀ ਕਹਿੰਦੇ ਕਿ ਉਹ ਨਿੱਜੀ ਤੌਰ ਤੇ ਸੂਬੇ ਦੇ ਹਰ ਕੋਨੇ ਤੇ ਪਲ-ਪਲ ਉੱਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਭਾਰੀ ਮੀਂਹ ਕਿਸੇ ਵੀ ਵਿਅਕਤੀ ਦੇ ਵੱਸ ਤੋਂ ਬਾਹਰ ਹੈ ਪਰ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਗੰਭੀਰ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਤੇ ਮਦਦ ਪ੍ਰਦਾਨ ਕਰਨ ਵਿੱਚ ਸਰਕਾਰ ਦੀ ਦ੍ਰਿੜ ਵਚਨਬੱਧਤਾ ਹੈ। ਮੁੱਖ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਵਿੱਚ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਸੂਬਾ ਸਰਕਾਰ ਦਾ ਫਰਜ਼ ਹੈ ਤੇ ਉਹ ਅਸੀਂ ਫਰਜ਼ ਪਹਿਲ ਦੇ ਆਧਾਰ ਤੇ ਨਿਭਾਵਾਂਗੇ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਦੇਣ ਲਈ ਉਹਨਾਂ ਨੇ ਕਿਹਾ ਕਿ ਸਾਡੇ 24 ਘੰਟੇ ਅਧਿਕਾਰੀ ਤਾਇਨਾਤ ਨੇ। ਕਈ ਥਾਵਾਂ ਤੇ ਰਾਹਤ ਕੈਂਪ ਵੀ ਲਗਾਏ ਗਏ ਨੇ। ਤੁਸੀਂ ਉਹਨਾਂ ਨਾਲ ਦਿੱਤੇ ਗਏ ਸੰਪਰਕ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਦੇ ਨਾਲ ਮਦਦ ਵੀ ਦਿੱਤੀ ਜਾਵੇਗੀ। ਦੂਜੇ ਪਾਸੇ ਮੋਹਾਲੀ ਤੇ ਰੋਪੜ ਦੇ ਕੁਝ ਇਲਾਕਿਆਂ ਦਾ ਦੌਰਾ ਕਰਦਿਆਂ ਹੋਇਆਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਨਜ਼ਰ ਆਏ। ਉਹਨਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਵੇਖਦਿਆਂ ਹੋਇਆਂ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਇਸ ਵਕਤ ਬਿਲਕੁਲ ਭਾਵੇਂ ਬੇਸ਼ੱਕ ਸਿਆਸਤ ਕਰਨ ਦਾ ਸਮਾਂ ਨਹੀਂ ਹੈ, ਸਾਰਿਆਂ ਨੂੰ ਸਹਿਯੋਗ ਦੇਣ ਦੀ ਗੱਲ ਵੀ ਕਹੀ ਤੇ ਨਾਲ ਹੀ ਉਹ ਪ੍ਰਸ਼ਾਸਨ ਦੇ ਪ੍ਰਬੰਧ ਤੋਂ ਨਾਰਾਜ਼ ਦਿਖੇ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ
ਸਿੱਧਾ ਹੁਕਮ ਸੁਣਾ ਰਿਹਾ ਲੋਕਾਂ ਨੂੰ ਕਿ ਜਗ੍ਹਾ ਹੈ ਜਿਹੜੀ ਇਹ ਖਾਲੀ ਕਰ ਦਿੱਤੀ ਜਾਵੇ, ਪਰ ਉਹਨਾਂ ਦੇ ਰਹਿਣ ਦੇ ਪ੍ਰਬੰਧ ਕਿੱਥੇ ਨੇ, ਉਹਨਾਂ ਨੂੰ ਸਹੂਲਤਾਂ ਦੇਣ ਦੇ ਪ੍ਰਬੰਧ ਕਿੱਥੇ ਨੇ। ਸੁਨੀਲ ਜਾਖੜ ਜਦੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਪ੍ਰਸ਼ਾਸਨ ਦੇ ਉੱਤੇ ਚੁੱਕੇ ਕਿ ਜਿਸ ਤਰ੍ਹਾਂ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ ਉਸ ਤਰ੍ਹਾਂ ਦੀ ਮਦਦ नहीं मिल रही। हो की कह रहे ने तुसी भी सुनो। देखो राजनीति होंदी रहूगी सर। ਅੱਜ ਹੈ ਵੀ ਜਿਹੜੀ ਸਰਕਾਰ ਦਾ ਰੂਪ ਇੱਥੇ ਆਏ, ਜਿਹੜੇ ਅਫਸਰ ਸਾਹਿਬਾਨ ਆ ਕੇ ਇੱਥੇ ਕਰਕੇ ਗਏ ਹੈ, ਉਹ ਆਮ ਆਦਮੀ ਦੀ ਸਰਕਾਰ ਨਹੀਂ ਸਰ। ਉਹ ਇਹਨਾਂ ਦੇ ਹੁਕਮਰਾਨ ਦੇ ਤਰ੍ਹਾਂ ਆ ਕੇ ਕਹੇਗਾ ਖਾਲੀ ਕਰ ਦਿਓ, ਇਹ ਖਾਲੀ ਕਰਕੇ ਮਕਾਨ ਜਾਣ ਕੇ ਕਿੱਥੇ ਸਰ। ਇਹ ਮਕਾਨ ਡਿੱਗਣ ਦਾ ਅੰਦੇਸ਼ਾ ਦਾ ਕਿਉਂ ਨਹੀਂ ਇੱਥੇ ਪ੍ਰਬੰਧ ਕਰਦੇ, ਰਿਟੇਨਿੰਗ ਵਾਲ ਬਣਾਉਣ ਦਾ ਕਿਉਂ ਨਹੀਂ ਇਹਨਾਂ ਦਾ ਕਿਤੇ ਨਾ ਕਿਤੇ ਰੁਕਣ ਦਾ ਪ੍ਰਬੰਧ ਕਰਦੇ, ਕੰਪਨਸੇਸ਼ਨ ਦੇਣੀ ਬਾਅਦ 'ਚ ਉਹਦਾ ਬਾਅਦ ਹੀ ਕਰਨਾ ਹੈ। ਫੌਰੀ ਤੌਰ ਤੇ ਅੱਜ ਰਾਜਨੀਤੀ ਤੇ ਨਾ ਕਹਿ ਕੇ ਮੈਂ ਕਿਸੇ ਦੇ ਲਾਂਛਨ ਲਾਉਣ ਨਹੀਂ ਹੈ, ਮੈਂ ਤਾਂ ਜਿਨ੍ਹਾਂ ਦਾ ਦੁੱਖ ਪਰਸਲੀ ਦੇਣਗੇ ਉਹਦੇ ਵਿੱਚ ਅਸੀਂ ਕੀ ਸਹਿਯੋਗ ਕਰ ਸਕਦੇ ਹਾਂ, ਕਰਨਾ ਸਰਕਾਰ ਨੇ ਹੈ, ਪਰ ਇੱਕ ਸੁਸਾਇਟੀ ਦੇ ਤੌਰ ਤੇ, ਇੱਕ ਸਮਾਜ ਦੇ ਤੌਰ ਤੇ ਤੇ ਖਾਸ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਸਾਡਾ ਜਿਹੜਾ ਧਰਮ ਹੈ ਉਹ ਅਸੀਂ ਨਿਭਾਈਏ। ਅੱਜ ਮੰਤਰੀ ਆ ਰਹੇ ਨਹੀਂ ਆ ਰਹੇ ਉਹ ਗੱਲਾਂ ਵੀ ਹੋ ਲੈਣਗੀਆਂ, ਪਰ ਅੱਜ ਦੇ ਦਿਨ ਅਗਰ ਐਡਮਿਨਿਸਟ੍ਰੇਸ਼ਨ ਦਾ ਰਵੱਈਆ ਆ ਹੈ ਵੀ ਤੁਸੀਂ ਗਲਤ ਹੋ ਤੇ ਤੁਸੀਂ ਡੁੱਬਣ ਦੇ ਲਾਇਕ ਹੋ, ਉਹ ਬੜਾ ਹੀ ਮੈਂ ਸਮਝਦਾ ਨਿਖੇਧੀ ਦੇ ਕਾਬਿਲ ਹੈ। ਇਹ ਸਰਕਾਰ ਨੂੰ ਅੱਖਾਂ ਖੋਲ ਕੇ ਆਪਣੇ ਆਪ ਨੂੰ ਆਮ ਆਦਮੀ ਦੇ ਤੌਰ ਤੇ, ਆਮ ਆਦਮੀ ਦੀ ਮੁਸੀਬਤਾਂ ਸਮਝ ਕੇ ਉਹਨੂੰ ਹੈਂਡਲ ਕਰਨ, ਨਾ ਕਿ ਇੱਥੇ ਰਾਜਨੀਤੀ ਕਰਨ। ਜਿਹਦਾ ਦੋਸ਼ ਸੀਗਾ ਉਹਨੂੰ ਟੰਗ ਲਿਓ। ਅੱਜ ਲੋਕਾਂ ਦੀ ਪਾਰਟੀ ਦੇ ਤੌਰ ਤੇ, ਇੱਕ ਰਾਜਨੀਤਿਕ ਪਾਰਟੀ ਦੇ ਤੌਰ ਤੇ, ਇੱਕ ਪੰਜਾਬੀ ਹੋਣ ਦੇ ਨਾਤੇ ਸਾਡੇ ਸਾਰੇ ਪਾਰਟੀ ਦੇ ਆਪਣੇ ਸਾਥੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਭਾਈਚਾਰਕ ਤੌਰ ਤੇ ਆ ਕੇ ਸਾਂਝ ਆਪਾਂ ਨਾਲ। ਪੰਜਾਬ ਦੇ ਸੂਚਨਾ ਤੇ ਸੰਪਰਕ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਉਹਨਾਂ ਨੇ ਵੀ ਜ਼ਮੀਨੀ ਦੌਰਾ ਕਰਦਿਆਂ ਹੋਇਆਂ ਜਿਹੜੇ ਹਾਲਾਤ ਦੱਸੇ ਨੇ ਔਰ ਨਾਲ ਹੀ ਲੋਕਾਂ ਨੂੰ ਅਪੀਲ ਕੀ ਕੀਤੀ ਹੈ ਉਸ ਬਾਰੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਜਦੋਂ ਘੱਗਰ ਤੇ ਹੋਰ ਨਦੀਆਂ ਸਣੇ ਭਾਰੀ ਮੀਂਹ ਕਰਕੇ ਪ੍ਰਭਾਵਿਤ ਹੋਏ ਪਿੰਡਾਂ ਦਾ ਜਾਇਜ਼ਾ ਲਿਆ ਤੇ ਉੱਥੇ ਉਹਨਾਂ ਨੇ ਸਥਿਤੀ ਦੇ ਬਾਰੇ ਚੌਕਸ ਰਹਿਣ ਲਈ ਵੀ ਆਖਿਆ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਵਧੇਰੇ ਚੌਕਸ ਰਹਿਣ ਲਈ ਕਿਹਾ ਗਿਆ, ਜਾਨ ਤੇ ਮਾਲ ਦੀ ਸੁਰੱਖਿਆ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਪਟਿਆਲਾ ਵੀ ਰੈੱਡ ਅਲਰਟ ਦੇ ਉੱਤੇ ਹੈ। ਕੁਝ ਇਲਾਕਾ ਖਾਸ ਕਰਕੇ ਘੱਗਰ ਦੇ ਕੰਢੇ ਵਸਦੇ ਲੋਕਾਂ ਦੇ ਲਈ ਉੱਥੋਂ ਕੁਝ ਥਾਵਾਂ ਤੋਂ ਖਾਲੀ ਵੀ ਕਰਾਏ ਗਏ ਨੇ। ਨਾਲ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿੱਥੇ ਵੀ ਰਾਹਤ ਕੈਂਪ ਲਗਾਏ ਜਾਣ, ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਵਿੱਚ ਹਾਜ਼ਰ ਹੋਇਆ ਜਾਵੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਤੇ ਨਾ ਹੀ ਘਬਰਾਹਟ ਵਿੱਚ ਆਉਣ, ਸਗੋਂ ਲੋੜ ਪੈਣ ਤੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਫਲੱਡ ਕੰਟਰੋਲ ਰੂਮ ਸੰਪਰਕ ਕੀਤਾ ਜਾਵੇ। ਸੰਪਰਕ ਨੰਬਰ ਜਾਰੀ ਕਰ ਦਿੱਤੇ ਗਏ ਨੇ। ਚੇਤਨ ਸਿੰਘ ਜੌੜਾ ਮਾਜਰਾ ਕੈਬਨਿਟ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਪਟਿਆਲਾ ਤੇ ਘੱਗਰ ਤੇ ਹੋਰ ਨਦੀਆਂ, ਖਾਸ ਕਰਕੇ ਪਟਿਆਲੇ ਦੀ ਵੱਡੀ ਨਦੀ ਦੇ ਨਾਲ ਜਾਣੀ ਜਾਂਦੀ ਲੋਕਲ ਪੱਧਰ ਦੇ ਉੱਤੇ, ਉਸ ਦੇ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋ ਗਿਆ ਔਰ ਪਾਣੀ ਪੁਲ ਦੇ ਨਾਲ ਟਕਰਾਉਣ ਲੱਗਿਆ। ਇੰਨਾ ਜ਼ਿਆਦਾ ਪਾਣੀ ਦਾ ਫਲੋ ਕਰਕੇ ਕਈ ਤਰ੍ਹਾਂ ਦੀ ਨਿਗਰਾਨੀ ਰੱਖਣ ਦੀ ਵੀ ਲੋੜ ਹੈ, ਅਗਾਊਂ ਪ੍ਰਬੰਧ ਕਰਨ ਦੀ ਵੀ ਲੋੜ ਹੈ। ਉਸ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੀਆਂ ਵੀ ਹਦਾਇਤਾਂ ਨੇ, ਨਿਗਰਾਨੀ ਰੱਖ ਰਹੇ ਨੇ ਉਹ ਖੁਦ ਵੀ, ਔਰ ਅਸੀਂ ਸਾਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਲੋਕਾਂ ਵੱਲੋਂ ਪ੍ਰਾਪਤ ਫੀਡਬੈਕ ਤਹਿਤ ਹੀ ਮੰਤਰੀ ਨੇ ਕਿਹਾ ਕਿ ਜਲ ਨਿਕਾਸ, ਲੋਕ ਨਿਰਮਾਣ ਤੇ ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਸਮੇਤ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀਆਂ ਸਾਰੀਆਂ ਚੇਤਾਵਨੀਆਂ ਦੇ ਮੱਦੇਨਜ਼ਰ ਹੋਰ ਵਧੇਰੇ ਚੌਕਸੀ ਵਰਤਣ। ਘੱਗਰ ਸਮੇਤ ਹੋਰ ਨਦੀਆਂ ਨਾਲਿਆਂ ਦੇ ਵਹਿਣ ਉੱਤੇ ਤੁਰੰਤ ਨਿਗਰਾਨੀ ਜਿਹੜੀ ਰੱਖਣ ਦੀ ਗੱਲ ਆਖੀ ਗਈ ਹੈ। ਹੜ੍ਹਾਂ ਵਰਗੀ ਸੰਭਾਵੀ ਸਥਿਤੀ ਪੈਦਾ ਹੋਣ ਤੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਪਿੰਡ ਧਰਮੇੜੀ, ਘਿਓਰਾ, ਸੂਲਰ, ਜੇਪੀ ਕਲੋਨੀ, ਧਨੌਰੀ, ਸੱਸਾ, ਸੱਸੀ, ਥੇ, ਨਵਾਂ ਗਾਉਂ, ਮੈਣ, ਕਮਾਲਪੁਰ, ਹਰੀਪੁਰ ਆਦਿ ਪਿੰਡਾਂ ਦਾ ਵੀ ਦੌਰਾ ਕੀਤਾ। ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਫੀਡਬੈਕ ਵੀ ਹਾਸਲ ਕੀਤਾ ਔਰ ਨਾਲ ਹੀ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਾਂਗੇ। ਜਿੱਥੇ ਸੱਤਾ ਧਿਰ ਵੱਲੋਂ, ਕੈਬਨਿਟ ਮੰਤਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਥਾਂ ਦੇ ਉੱਤੇ ਹਾਜ਼ਰ ਹਾਂ, ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਨੇ, ਸੰਬੰਧਿਤ ਮਹਿਕਮਿਆਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਔਰ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ। ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੁਰ ਉੱਠੇ ਨੇ। ਉਹਨਾਂ ਨੇ ਵੀ ਕੋਈ ਪ੍ਰਬੰਧਾਂ ਨੂੰ ਲੈ ਕੇ ਜ਼ਿਆਦਾ ਜਿਹੜੀ ਹੈ ਤਸੱਲੀ ਨਹੀਂ ਪ੍ਰਗਟਾਈ। ਇਸੇ ਤਰ੍ਹਾਂ ਹੀ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜੇ ਕੀਤੇ ਨੇ। ਮੁੱਖ ਮੰਤਰੀ ਜਸ਼ਨ ਮਨਾਉਣੇ ਤੇ ਚੋਣ ਦੌਰੇ ਦੌਰਾਨ ਬੰਦ ਕਰਨ ਦੇ, ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਕਿ ਚੋਣ ਦੌਰੇ ਆਪਣੇ ਬੰਦ ਕਰ ਦੇਣ। ਇਸ ਤੋਂ ਪਹਿਲਾਂ ਵੀ ਬੀਤੇ ਦਿਨ ਵੀ ਇਹ ਸਵਾਲ ਉੱਠੇ ਸਨ ਜਦੋਂ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਇੱਕ ਸਭਾ ਨੂੰ ਸੰਬੋਧਨ ਵੀ ਕਰਨ ਗਏ ਸਨ ਤੇ ਉਦੋਂ ਕਿਹਾ ਗਿਆ ਕਿ ਪੰਜਾਬ ਇੱਥੇ ਡੁੱਬ ਰਿਹਾ ਹੈ ਤੇ ਮੁੱਖ ਮੰਤਰੀ ਸਾਹਿਬ ਵੋਟਾਂ ਦੀ ਫਿਕਰ ਦੇ ਵਿੱਚ
ਕੇਜਰੀਵਾਲ ਦੇ ਨਾਲ ਦੌਰੇ ਕਰਦੇ ਨਜ਼ਰ ਆ ਰਹੇ ਨੇ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਬਰਸਾਤਾਂ ਤੇ ਹੜ੍ਹਾਂ ਦੇ ਪਾਣੀ ਕਾਰਨ ਜਿਹੜੇ ਹਜ਼ਾਰਾਂ ਲੋਕਾਂ ਦੇ ਘਰ ਤਬਾਹ ਹੋਏ ਨੇ ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ। ਹਜ਼ਾਰਾਂ ਏਕੜ ਵਿੱਚ ਜਿਹੜੇ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋਈ ਹੈ ਉਹਨਾਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਜਾਵੇ। ਬਿਆਨ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਜਸ਼ਨ ਮਨਾਉਣ ਵਿੱਚ ਤੇ ਗਵਾਂਢੀ ਰਾਜ ਹਰਿਆਣਾ ਵਿੱਚ ਚੋਣਾਂ ਦੀਆਂ ਤਿਆਰੀਆਂ ਦੇ ਦੌਰਿਆਂ ਵਿੱਚ ਰੁੱਝੇ ਹੋਏ ਨੇ। ਹੜ੍ਹਾਂ ਨਾਲ ਨਜਿੱਠਣ ਵਾਸਤੇ ਸਮੀਖਿਆ ਮੀਟਿੰਗਾਂ ਤੇ ਅਗਾਊਂ ਤਿਆਰੀਆਂ ਕਰਨ ਵਿੱਚ ਨਾਕਾਮ ਸਾਬਤ ਹੋਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਨਾਲ ਹੀ ਸਵਾਲ ਖੜੇ ਕੀਤੇ ਗਏ। ਉਹਨਾਂ ਨੇ ਵੀ ਕਿਹਾ ਕਿ ਸੂਬੇ ਵਿੱਚ ਹਾਊਸਿੰਗ ਕਲੋਨੀਆਂ ਤੇ ਸ਼ਹਿਰੀ ਸਮੂਹਾਂ ਵਿੱਚ ਵੱਡੇ ਨੁਕਸਾਨ ਹੋਏ ਨੇ ਕਿਉਂਕਿ ਸਰਕਾਰ ਪਾਣੀ ਦੀਆਂ ਨਿਕਾਸੀ ਸਹੂਲਤਾਂ ਦਾ ਸਹੀ ਪ੍ਰਬੰਧ ਨਹੀਂ ਕਰ ਸਕੀ, ਜਿਸ ਕਾਰਨ ਸ਼ਹਿਰੀ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਦਾ ਨਹੀਂ ਸਹੀ ਸਬੱਬ ਬਣਿਆ, ਜਿਸ ਕਰਕੇ ਹਾਲਾਤ ਇਸ ਤਰੀਕੇ ਦੇ ਨੇ। ਇਸ ਤਰੀਕੇ ਪਿੰਡਾਂ ਵਿੱਚ ਡਰੇਨਾਂ ਦੀ ਸਫਾਈ ਸਮੇਂ ਸਿਰ ਕੋਈ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਹੁਣ ਬਹੁਤ ਵੱਧ ਗਈਆਂ ਨੇ। ਬਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੂੰ ਪੰਜਾਬੀਆਂ ਨੇ ਚੁਣਿਆ ਤੇ ਉਹਨਾਂ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਸੇਵਾ ਕਰਨੀ ਹੈ, ਨਾ ਕਿ ਦਿੱਲੀ ਵਿਚਲੇ ਆਪਣੇ ਸਿਆਸੀ ਅਕਾਵਾਂ ਦੀ ਸੇਵਾ ਕਰਨ ਦੀ ਲੋੜ ਹੈ। ਉਹਨਾਂ ਨੇ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਤੋਂ ਫੌਰੀ ਤੇ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਵਾਸਤੇ ਆਪਣੇ ਚੋਣ ਦੌਰੇ ਘਟਾਉਣੇ ਪੈਣਗੇ। ਉਹਨਾਂ ਨੇ ਵੀ ਮੰਗ ਕੀਤੀ ਕਿ ਬਰਸਾਤਾਂ ਕਾਰਨ ਜਿਨ੍ਹਾਂ ਦੇ ਘਰ ਢਹਿ ਗਏ ਨੇ ਸਰਕਾਰ ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਕਿਸਾਨ ਜਿਨ੍ਹਾਂ ਦੀ ਸਾਰੀ ਫਸਲ ਤਬਾਹ ਹੋਈ ਹੈ 25-25 ਹਜ਼ਾਰ ਰੁਪਏ ਪ੍ਰਤੀ ਏਕੜ ਆ ਜਿਹੜਾ ਉਹ ਅਗਾਊਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਤੇ ਉਹਨਾਂ ਦਾ ਮੁੜ ਵਸੇਬਾ ਵੀ ਹੋ ਸਕੇ ਜਿਨ੍ਹਾਂ ਘਰਾਂ ਦੇ ਤਬਾਹ ਜਿਹੜੇ ਘਰ ਢਹਿ ਢੇਰੀ ਹੋ ਗਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਹੋਰ ਸਮੇਂ ਸਿਰ ਦੇ ਉੱਤੇ ਜਾਇਜ਼ਾ ਲੈਣ ਦੇ ਉਹਨਾਂ ਨੇ ਕਿਹਾ ਕਿ ਅਸੀਂ ਜਿੱਥੇ ਸਾਡੀ ਲੋੜ ਪਈ ਅਸੀਂ ਸਹਿਯੋਗ ਦੇਣ ਦੇ ਲਈ ਤਿਆਰ ਹਾਂ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਖਬਰ ਜੁੜੀ ਹੈ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਨਾਲ। ਬੀਤੀ ਦੇਰ ਸ਼ਾਮ ਨੂੰ ਜਦੋਂ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਉਹਨਾਂ ਦੀ ਜਾਇਦਾਦ ਹੈ, 7 ਕਰੋੜ ਤੋਂ ਵੱਧ ਦੀ ਰਾਸ਼ੀ ਹੈ ਜਿਸ ਦਾ ਹਿਸਾਬ ਨਹੀਂ ਦੇ ਸਕੇ, ਜਿਸ ਕਰਕੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰੀ ਹੋਈ। ਪਿਛਲੇ 7-8 ਮਹੀਨਿਆਂ ਤੋਂ ਪੁੱਛਗਿੱਛ ਜਾਰੀ ਸੀ, ਉਹਨਾਂ ਤੇ ਨਜ਼ਰ ਰੱਖੀ ਹੋਈ ਸੀ ਵਿਜੀਲੈਂਸ ਨੇ, ਪਰ ਹੁਣ ਮੌਕਾ ਮਿਲਦੇ ਹੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਇਸ ਗੱਲ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਵਿਰੋਧ ਵੀ ਕੀਤਾ ਕਿ ਸਾਡੇ ਆਗੂਆਂ ਨੂੰ ਜਾਣਬੁੱਝ ਕੇ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪਰ ਮਾਨ ਸਰਕਾਰ ਨੇ ਪਹਿਲਾਂ ਵੀ ਦਾਅਵਾ ਕੀਤਾ ਸੀ ਤੇ ਵਿਜੀਲੈਂਸ ਵੀ ਕਹਿੰਦੀ ਨਜ਼ਰ ਆਈ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਸਾਨੂੰ ਸਖਤ ਨਿਰਦੇਸ਼ ਨੇ ਜਿਨ੍ਹਾਂ ਦਾ ਵੀ ਹਿਸਾਬ ਕਿਤਾਬ ਸਹੀ ਨਹੀਂ ਹੈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਇਸ ਗੱਲ ਨੂੰ ਲੈ ਕੇ ਹੁਣ ਜ਼ਿਲ੍ਹਾ ਅਦਾਲਤ ਵਿੱਚ ਅੱਜ ਪੇਸ਼ ਕੀਤਾ ਗਿਆ ਸੀ। 2 ਦਿਨਾਂ ਦਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ, ਉਸ ਵਿੱਚ ਵੀ ਪੁੱਛਗਿੱਛ ਹੋਵੇਗੀ। ਜਿਹੜੇ ਸਵਾਲ ਹੱਲ ਨਹੀਂ ਹੋ ਸਕੇ ਓਪੀ ਸੋਨੀ ਨੂੰ ਉਹ ਪੁੱਛੇ ਜਾਣਗੇ। ਉਹਨਾਂ ਜਵਾਬਾਂ ਦੇ ਵਿੱਚ ਤਸੱਲੀ ਮਿਲਦੀ ਹੈ ਵਿਜੀਲੈਂਸ ਨੂੰ ਕਿ ਨਹੀਂ ਮਿਲਦੀ, ਇਹ ਬਾਅਦ 'ਚ ਪਤਾ ਲੱਗੇਗਾ। ਫਿਲਹਾਲ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦੀ ਨਿਖੇਧੀ ਕੀਤੀ। ਕਾਂਗਰਸ ਦੇ ਹੋਰ ਆਗੂ ਸਥਾਨਕ ਪੱਧਰ ਦੇ ਉੱਤੇ ਵੀ ਵਿਰੋਧ ਕਰਦੇ ਨਜ਼ਰ ਆਏ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਆਗੂਆਂ ਦੇ ਅਕਸ ਨੂੰ ਨਿਸ਼ਾਨਾ ਬਣਾਉਣ ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਲਈ ਵਿਜੀਲੈਂਸ ਦੀ ਦੁਰਵਰਤੋਂ ਕਰ ਲਈ ਹੈ। ਮਸ਼ੀਨਰੀ ਦੀ ਦੁਰਵਰਤੋਂ ਕਰਨ ਲਈ ਤਿੱਖਾ ਹਮਲਾ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਬਦਲੇਖੋਰੀ ਦੀ ਸਿਆਸਤ ਤੋਂ ਇਲਾਵਾ ਕੁਝ ਵੀ ਨਹੀਂ ਹੈ ਅਤੇ ਅਜਿਹੀਆਂ ਘਟੀਆ ਯੋਜਨਾਵਾਂ ਨਾਲ ਆਪ ਸਰਕਾਰ ਆਪਣੀਆਂ ਨਾਕਾਮੀਆਂ ਤੇ ਝੂਠ ਤੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਹੁਣ ਜਦੋਂ ਵੀ ਆਪ ਸਰਕਾਰ ਤੇ ਲਗਾਤਾਰ ਹੋ ਰਹੀ ਬਾਰਿਸ਼ ਵਿੱਚ ਆਪਣੀ ਅਸਫਲਤਾ ਅਤੇ ਪ੍ਰਬੰਧ ਸਹੀ ਨਹੀਂ ਹੋਏ ਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਵਿਰੋਧੀ ਪਾਰਟੀ ਦੇ ਆਗੂਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਆਪ ਦਾ ਇੱਕ ਹੋਰ ਪੈਟਰਨ ਹੈ, ਜਦੋਂ ਵੀ ਇਸ ਦੀ ਲੀਡਰਸ਼ਿਪ ਦੇ ਮੰਦੇ ਕੰਮ ਸਾਹਮਣੇ ਆਉਣੇ ਸ਼ੁਰੂ ਹੁੰਦੇ ਨੇ ਤਾਂ ਉਹ ਵਿਰੋਧੀਆਂ ਤੇ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਘੇਰਦਿਆਂ ਹੋਰ ਕਿਹਾ ਕਿ ਆਪ ਦੇ ਸਪਸ਼ਟ ਤੌਰ ਤੇ ਦੋਹਰੇ ਮਾਪਦੰਡ ਨੇ। ਇੱਕ ਪਾਸੇ ਇਸ ਨੇ ਕਾਂਗਰਸ ਤੇ ਦੋਸ਼ ਲਾਇਆ ਤੇ ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਤੇ ਕਾਂਗਰਸ ਤੋਂ ਸਮਰਥਨ ਵੀ ਮੰਗਿਆ। ਇਹ ਨਾ ਸਿਰਫ ਆਪ ਪੰਜਾਬ ਦੇ ਆਗੂਆਂ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਸਮੇਤ ਫੌਜਾ ਸਿੰਘ ਸਰਾਰੀ, ਅਮਿਤ ਰਤਨ ਕੋਟਫੱਤਾ, ਵਿਜੇ ਸਿੰਗਲਾ, ਸਰਬਜੀਤ ਕੌਰ ਮਾਣੂਕੇ, ਲਾਲਚੰਦ ਕਟਾਰੂ ਚੱਕ ਤੇ ਸੁਰਿੰਦਰ ਕੰਬੋਜ ਜਿਹੜੇ ਕਿ ਵਿਧਾਇਕ ਦੇ ਪਿਤਾ ਨੇ ਜਲਾਲਾਬਾਦ ਤੋਂ ਗੋਲਡੀ ਕੰਬੋਜ ਦੇ ਪਿਤਾ, ਜੋ ਭ੍ਰਿਸ਼ਟਾਚਾਰ ਅਤੇ ਹੋਰ ਘਿਨੌਣੀ ਕੰਮਾਂ ਕਰਕੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਪਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪ ਦੇ ਸੀਨੀਅਰ ਆਗੂਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਈਡੀ ਨੇ ਦਿੱਲੀ ਦੇ ਆਬਕਾਰੀ ਨੀਤੀ ਘੁਟਾਲੇ ਮਾਮਲੇ 'ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਪਤਨੀ ਸੀਮਾ ਅਤੇ ਹੋਰਾਂ ਦੀ 52 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਘਟਨਾ ਦਿੱਲੀ ਹਾਈ ਕੋਰਟ ਵੱਲੋਂ
ਆਬਕਾਰੀ ਨੀਤੀ ਘੁਟਾਲੇ ਨਾਲ ਜੁੜੀ ਮਨੀ ਲਾਂਡਰਿੰਗ ਮਾਮਲੇ ਵਿੱਚ ਸਿਸੋਦੀਆ ਨੂੰ ਜ਼ਮਾਨਤ ਦੇਣ ਤੇ ਇਨਕਾਰ ਤੋਂ ਇੱਕ ਦਿਨ ਬਾਅਦ ਦੀ ਆਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਸੱਤਾ ਧਿਰ ਦੇ ਉੱਤੇ। ਸੂਬੇ ਭਰ ਦੇ ਹਾਲਾਤ ਨੂੰ ਨਜਿੱਠਣ ਦੇ ਲਈ ਸਾਰੇ ਪਾਸੇ ਚਰਚਾਵਾਂ ਵੀ ਨੇ, ਲੋਕ ਮੁਸੀਬਤ ਵਿੱਚ ਵੀ ਨੇ, ਪਰੇਸ਼ਾਨ ਵੀ ਨੇ ਔਰ ਲੋਕ ਸਰਕਾਰ ਨੂੰ ਅਪੀਲਾਂ ਦਲੀਲਾਂ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਵੇ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੀ ਸੂਬੇ ਭਰ ਤੇ ਪਹਾੜੀ ਸਥਾਨਾਂ ਤੇ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਬਣੀ ਜਿਹੜੀ ਸਥਿਤੀ ਹੈ ਉਸ ਦਾ ਜਾਇਜ਼ਾ ਲੈਣ ਦੇ ਲਈ ਤੇ ਅਗਾਊਂ ਪ੍ਰਬੰਧ ਕਰਨ ਦੇ ਲਈ ਤੇ ਜਿਹੜੇ ਥਾਂ ਦੇ ਉੱਤੇ ਵਿਪਤਾ ਪੈ ਚੁੱਕੀ ਹੈ ਉੱਥੋਂ ਰਾਹਤ ਦਿਵਾਉਣ ਦੇ ਲਈ ਕੀ ਹੋਣਾ ਚਾਹੀਦਾ ਹੈ। ਇਸ ਦੇ ਲਈ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ, ਜਿਸ ਦੇ ਵਿੱਚ ਡਿਪਟੀ ਕਮਿਸ਼ਨਰ SSPs ਨਾਲ ਉਹਨਾਂ ਨੇ ਸਮੂਹ ਜ਼ਿਲ੍ਹਿਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੇਣੂ ਪ੍ਰਸਾਦ, DGP ਗੌਰਵ ਯਾਦਵ, ਸੈਨਾ ਤੇ NDRF ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਪੈਦਾ ਹੋ ਰਹੀ ਸਥਿਤੀ ਦੀ ਨਿਗਰਾਨੀ ਕਰਨ ਤੇ ਹੜ੍ਹਾਂ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਉੱਤੇ ਚੱਲਦਿਆਂ ਫੀਲਡ ਵਿੱਚ ਜ਼ਿਲ੍ਹਿਆਂ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਤੈਨਾਤ ਹੈ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ, SSPs, SDMs, ਤਹਿਸੀਲਦਾਰ, BDPOs, ਪਟਵਾਰੀ ਸਣੇ ਸੰਬੰਧਿਤ ਵਿਭਾਗਾਂ ਦੇ ਫੀਲਡ ਅਧਿਕਾਰੀ ਸ਼ਾਮਲ ਨੇ। ਉਹਨਾਂ ਕਿਹਾ ਕਿ ਫੀਲਡ ਅਧਿਕਾਰੀ ਲੋਕ ਨੁਮਾਇੰਦਿਆਂ ਤੇ ਆਮ ਲੋਕਾਂ ਨਾਲ ਤਾਲਮੇਲ ਬਿਠਾਉਂਦੇ ਹੋਏ ਨਿਰੰਤਰ ਰਾਬਤਾ ਕਾਇਮ ਕਰਕੇ ਰੱਖਣ। ਕੁਦਰਤੀ ਆਫਤ ਨਾਲ ਨਿਬੜਨ ਦੇ ਲਈ ਉਹਨਾਂ ਨੇ 33.50 ਕਰੋੜ ਰੁਪਏ ਤੁਰੰਤ ਜਾਰੀ ਕਰ ਦਿੱਤੇ ਗਏ ਨੇ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਜਲ ਭੰਡਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1614 ਫੁੱਟ ਹੈ, ਜਦਕਿ ਸਮਰੱਥਾ 1680 ਫੁੱਟ ਦੀ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1350 ਫੁੱਟ ਹੈ, ਜਦਕਿ ਸਮਰੱਥਾ 1390 ਫੁੱਟ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1706 ਫੁੱਟ ਹੈ, ਜਦਕਿ ਸਮਰੱਥਾ 1731 ਫੁੱਟ ਹੈ। ਇਸੇ ਤਰ੍ਹਾਂ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ। ਉਹ ਸਾਰੀ ਸਥਿਤੀ ਨੂੰ ਨਜਿੱਠਣ ਦੇ ਲਈ ਅਨੁਰਾਗ ਵਰਮਾ ਮੁੱਖ ਸਕੱਤਰ ਨੇ ਮੀਟਿੰਗ ਕੀਤੀ ਔਰ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਮੁਸਤੈਦੀ ਦੇ ਨਾਲ ਕੰਮ ਕਰਨ, ਫੀਲਡ ਅਫਸਰਾਂ ਦਾ ਵੀ ਸਹਿਯੋਗ ਦੇਣ। ਅਗਲੀ ਖਬਰ ਜੁੜੀ ਹੈ ਜਿੱਥੇ ਹੀ ਸਕੂਲਾਂ ਨੂੰ ਛੁੱਟੀਆਂ ਕੀਤੀਆਂ ਗਈਆਂ ਨੇ, ਆਂਗਣਵਾੜੀ ਸੈਂਟਰ ਵੀ ਬੰਦ ਕਰ ਦਿੱਤੇ ਗਏ ਨੇ। 13 ਜੁਲਾਈ ਤੱਕ ਆਂਗਣਵਾੜੀ ਸੈਂਟਰ ਬੰਦ ਕੀਤੇ ਗਏ ਨੇ ਕਿਉਂਕਿ ਛੋਟੇ-ਛੋਟੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਠੀਕ ਨਹੀਂ ਹੈ। ਉਹਨਾਂ ਨੂੰ ਸੁਰੱਖਿਅਤ ਮੁਹੱਈਆ ਕਰਵਾਈ ਜਾਵੇ। ਹਾਲਾਂਕਿ ਬਹੁਤ ਸਾਰੇ ਅਜਿਹੇ ਪੰਜਾਬ ਦੇ ਇਲਾਕੇ ਨੇ ਜਿੱਥੇ ਹਾਲੇ ਸਥਿਤੀ ਨਾਜ਼ੁਕ ਨਹੀਂ ਬਣੀ, ਪਰ ਬਹੁਤ ਸਾਰੇ ਅਜਿਹੇ ਵੀ ਨੇ, ਖਾਸ ਕਰਕੇ ਰੋਪੜ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਨਵਾਂ ਸ਼ਹਿਰ, ਜਲੰਧਰ ਦਾ ਕੁਝ ਇਲਾਕਾ, ਸੰਗਰੂਰ ਦਾ ਇਲਾਕਾ, ਇਸ ਤੋਂ ਇਲਾਵਾ ਗੁਰਦਾਸਪੁਰ ਦਾ ਕੁਝ ਇਲਾਕਾ, ਇੱਥੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹੋਰਨਾਂ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਗੰਭੀਰ ਸਥਿਤੀ ਬਣ ਸਕਦੀ ਹੈ। ਇਸੇ ਕਰਕੇ ਫੈਸਲਾ ਲਿਆ ਗਿਆ। ਇਸੇ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ 13 ਤੱਕ ਇਹ ਫੈਸਲਾ ਲਿਆ ਗਿਆ ਕਿ ਆਂਗਣਵਾੜੀ ਸੈਂਟਰ ਸਾਰੇ ਦੇ ਸਾਰੇ ਬੰਦ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਐਲਾਨ ਕੀਤਾ। ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੂਰੇ ਪੰਜਾਬ ਸੂਬੇ ਦੇ ਜਿੰਨੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਸਕੂਲ ਨੇ, ਵਿਦਿਅਕ ਅਦਾਰੇ ਨੇ, ਉਹਨਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਤਾਂ ਇਹ ਛੁੱਟੀ ਕਿਉਂ ਕੀਤੀ ਗਈ ਹੈ? ਉਹ ਇਸ ਕਰਕੇ ਤਾਂ ਕਿ ਕੋਈ ਅਣਸੁਖਾਵੀਂ ਬੱਚਿਆਂ ਦੇ ਨਾਲ ਘਟਨਾ ਨਾ ਵਾਪਰੇ, ਕਿਉਂਕਿ ਰਾਹਗੀਰ ਜਿਨ੍ਹਾਂ ਦੀ ਮਜਬੂਰੀ ਹੈ ਕੰਮ ਤੇ ਆਉਣਾ ਜਾਣਾ ਹੀ ਹੈ, ਉਹਨਾਂ ਦੇ ਲਈ ਤਾਂ ਮੁਸ਼ਕਲਾਂ ਜਿੱਥੇ ਵਧ ਹੀ ਰਹੀਆਂ ਨੇ। ਜਿਹੜੇ ਰਸਤੇ ਨੇ ਚਾਹੇ ਜਿੰਨੇ ਵੀ ਵੱਡੇ ਮਜ਼ਬੂਤ ਪੱਕੇ ਰੋਡ ਦੇ ਦਾਅਵੇ ਕੀਤੇ ਜਾਣ, ਕਈ ਥਾਵਾਂ ਦੇ ਉੱਤੇ ਉੱਥੇ ਵੀ ਪਾੜ ਪੈ ਰਹੇ ਨੇ। ਔਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਕੁਝ ਜ਼ੋਨ ਨੇ ਜਿਹੜੇ ਉਹ ਰੈੱਡ ਅਲਰਟ ਤੇ ਚੱਲ ਰਹੇ ਨੇ ਤੇ ਕੁਝ ਯੈਲੋ ਤੇ ਕੁਝ ਔਰੇਂਜ ਤੇ। ਖਾਸ ਕਰਕੇ ਦਰਿਆਵਾਂ, ਨਾਲਿਆਂ ਦੇ ਕੰਢੇ ਵਾਲੇ ਇਲਾਕੇ ਵਾਲੇ ਲੋਕ ਹੋਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ। ਉਹਨਾਂ ਨੂੰ ਆਪਣੀ ਥਾਂ ਟਿਕਾਣੇ ਪੱਕੇ ਛੱਡਣੇ ਪੈ ਰਹੇ ਨੇ। ਇਸ ਵਾਰ ਸ਼ਹਿਰੀ ਇਲਾਕੇ ਦੇ ਵਿੱਚ ਵੀ ਉਹ ਹਾਲ ਹੈ। ਕਈ ਸਾਲਾਂ ਬਾਅਦ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਬਾਰਿਸ਼, ਮੀਂਹ ਦਾ ਪੈਣਾ ਦਰਜ ਕੀਤਾ ਗਿਆ ਔਰ ਇੱਥੋਂ ਤੱਕ ਕਿ 300 mm ਤੱਕ ਵੀ ਜਿਹੜਾ ਕਈ ਥਾਵਾਂ ਦੇ ਉੱਤੇ ਮੀਂਹ ਪਿਆ। ਤਾਂ ਇਸ ਤਰ੍ਹਾਂ ਬਣੀ ਭਿਆਨਕ ਸਥਿਤੀ ਦੇ ਕਰਕੇ ਹੀ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਸਕੂਲਾਂ ਦੇ ਲਈ ਜਿਹੜਾ ਐਲਾਨ ਕੀਤਾ ਗਿਆ ਕਿ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ 13 ਜੁਲਾਈ ਤੱਕ ਛੁੱਟੀ ਹੈ। ਸਾਰੇ ਸਰਕਾਰੀ, ਏਡਡ, ਪ੍ਰਾਈਵੇਟ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ। ਜਲੰਧਰ ਦੇ ਵਿੱਚ ਸਤਲੁਜ ਦਰਿਆ ਟੁੱਟਣ ਦੇ ਕਰਕੇ, ਦਰਿਆ ਵਿੱਚ ਪਾੜ ਪੈਣ ਕਰਕੇ ਬੰਨ ਦੇ ਵਿੱਚ ਉੱਥੇ ਵੀ ਕਾਫੀ ਇਲਾਕਾ ਡੋਬੇ ਦਾ ਸ਼ਿਕਾਰ ਹੋ ਚੁੱਕਾ ਹੈ। ਹਰਜੋਤ ਬੈਂਸ ਮੰਤਰੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ, ਏਡਡ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 13 ਜੁਲਾਈ 2023 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ। ਪਹਿਲਾਂ ਇੱਕ ਦਿਨ ਦੀ ਛੁੱਟੀ ਦਾ ਐਲਾਨ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ, ਜਿਵੇਂ ਕਿ ਰੋਪੜ, ਨਵਾਂ ਸ਼ਹਿਰ, ਪਟਿਆਲਾ, ਮੋਹਾਲੀ। ਇਸ ਤਰੀਕੇ ਦੇ ਨਾਲ ਕੁਝ ਸ਼ਹਿਰਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ, ਪਰ ਹੁਣ 13 ਜੁਲਾਈ ਤੱਕ ਸਾਰੇ ਹੀ ਸਰਕਾਰੀ, ਪ੍ਰਾਈਵੇਟ, ਏਡਡ ਸਕੂਲਾਂ ਦੇ ਵਿੱਚ ਛੁੱਟੀਆਂ
ਕਰ ਦਿੱਤੀਆਂ ਗਈਆਂ ਨੇ। ਕਿੱਥੇ ਕਿੱਥੇ ਆਵਾਜਾਈ ਠੱਪ ਹੋ ਚੁੱਕੀ ਹੈ, ਕਿੱਥੇ ਰੇਲਾਂ ਦੇ ਪਹੀਏ ਜਾਮ ਹੋ ਗਏ ਨੇ, ਕਿੰਨੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ, ਕਿਹੜੇ ਰੂਟ ਤੇ। ਜੇ ਤੁਸੀਂ ਪਹਿਲਾਂ ਤੋਂ ਹੀ ਕਿਤੇ ਰੇਲ ਗੱਡੀ ਦੇ ਰਾਹੀਂ ਬਾਹਰ ਜਾਣ ਦਾ ਪਲਾਨ ਬਣਾਇਆ ਹੋਇਆ ਸੀ ਤੇ ਉਸ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਿੰਨੇ ਸਮੇਂ ਦੇ ਲਈ ਇਹ ਰੇਲਾਂ ਰੱਦ ਕੀਤੀਆਂ ਗਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਹਿਸਾਬ ਦੇ ਨਾਲ ਕੀ ਹੋਰ ਅੱਗੇ ਐਕਸਟੈਂਡ ਕੀਤਾ ਜਾਵੇਗਾ, ਇਸ ਦਾ ਸਮਾਂ ਪੋਸਟਪੋਨ ਕੀਤੀਆਂ ਜਾਣਗੀਆਂ ਜਾਂ ਫਿਰ ਪੂਰੀ ਤਰ੍ਹਾਂ ਜਿਹੜੇ ਸਮੇਂ ਨੇ ਉਹ ਰੱਦ ਕਰ ਦਿੱਤੇ ਜਾਣਗੇ ਕੁਝ ਸਮੇਂ ਦੇ ਲਈ। ਪਰ ਹੁਣ ਤੱਕ ਰੇਲ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਪਹੀਏ ਕਿੱਥੇ ਕਿੱਥੇ ਜਾਮ ਹੋਏ ਨੇ। 17 ਗੱਡੀਆਂ ਨੇ ਜਿਹੜੀਆਂ ਟੋਟਲ ਪੰਜਾਬ ਦੇ ਵਿੱਚੋਂ ਗੁਜ਼ਰਨ ਵਾਲੀਆਂ, ਪੰਜਾਬ ਤੋਂ ਬਾਹਰ ਜਾਣ ਵਾਲੀਆਂ ਜਾਂ ਇੱਧਰ ਨੂੰ ਆਉਣ ਵਾਲੀਆਂ ਵਿੱਚੋਂ ਲੰਘਣ ਵਾਲੀਆਂ, ਉਹ ਰੱਦ ਕੀਤੀਆਂ ਗਈਆਂ ਨੇ। 17 ਰੇਲ ਗੱਡੀਆਂ ਦਾ ਰੱਦ ਹੋਣਾ ਮਤਲਬ ਇਹ ਹੈ ਕਿ ਕਈ ਥਾਵਾਂ ਦੇ ਉੱਤੇ ਰੂਟ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਹੈ ਜਿਹੜਾ ਕਿ ਬਲੌਕ ਹੋ ਚੁੱਕੇ ਨੇ। ਉੱਥੋਂ ਰੇਲ ਟਰੈਕ ਦੇ ਉੱਤੇ ਨੇ ਜਿਹੜੇ ਉਹ ਪਾਣੀ ਭਰ ਗਿਆ, ਜਿਸ ਕਰਕੇ ਕੋਈ ਵੀ ਰੇਲਵੇ ਵਿਭਾਗ ਦੇ ਵਿੱਚ ਅਧਿਕਾਰੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਔਰ ਕਈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ। ਇਸੇ ਕਰਕੇ ਟਰੈਕ ਦੇ ਉੱਤੇ ਪਾਣੀ ਚੜ੍ਹਨ ਦੇ ਕਰਕੇ ਔਰ ਕਈ ਥਾਵਾਂ ਦੇ ਉੱਤੇ ਟਰੈਕ ਨਜ਼ਰ ਵੀ ਨਹੀਂ ਆ ਰਿਹਾ, ਪਾਣੀ ਦੇ ਵਿੱਚ ਇੰਨੀ ਤਰ੍ਹਾਂ ਡੁੱਬ ਚੁੱਕਾ ਹੈ। ਲੋਕਾਂ ਦੇ ਸਫ਼ਰ ਨਾ ਕਰਨ ਦੀ ਹੀ ਸਲਾਹ ਦਿੱਤੀ ਜਾ ਰਹੀ ਹੈ। ਕਈ ਜ਼ਿਲ੍ਹਿਆਂ ਦੀਆਂ ਜਿਹੜੀਆਂ ਰੇਲ ਪਟੜੀਆਂ ਨੇ ਉੱਥੇ ਪਾਣੀ ਭਰ ਚੁੱਕਾ। ਪੰਜਾਬ ਦੇ ਵਿੱਚ ਕਿਹੜੀਆਂ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਉਸ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਖਾਸ ਕਰਕੇ ਰੇਲਵੇ ਨੇ ਪੰਜਾਬ ਦੇ ਸਰਹੰਦ ਨੰਗਲ ਡੈਮ ਤੇ ਚੰਡੀਗੜ੍ਹ ਸਾਹਨੇਵਾਲ ਰੇਲ ਦਾ ਜਿਹੜਾ ਇੱਕ ਏਰੀਆ ਹੈ ਉੱਥੇ ਗੱਡੀਆਂ ਜ਼ਿਆਦਾਤਰ ਰੱਦ ਕੀਤੀਆਂ ਨੇ, ਜਿਸ ਦੇ ਵਿੱਚ ਜੰਮੂ ਤਵੀ, ਅੰਮ੍ਰਿਤਸਰ, ਫਿਰੋਜ਼ਪੁਰ ਆਉਣ ਜਾਣ ਵਾਲੀਆਂ ਗੱਡੀਆਂ ਦੇ ਰੂਟ ਵੀ ਬਦਲਣੇ ਪੈ ਰਹੇ ਨੇ। ਉੱਥੇ ਹੀ ਲੋਕਾਂ ਨੂੰ ਨਾ ਸਫ਼ਰ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਨਾ ਹੋ ਸਕੇ। ਜਿਹੜੀਆਂ ਗੱਡੀਆਂ ਨੂੰ ਰੱਦ ਕੀਤਾ ਗਿਆ ਉਸ ਦੇ ਵਿੱਚ ਸਾਰੀਆਂ ਗੱਡੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ। ਇੱਕ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰਿਸ਼ੀਕੇਸ਼ ਜਾਣ ਵਾਲੀ 14610 ਨੰਬਰ ਗੱਡੀ ਹੈ ਜਿਹੜੀ ਉਹ ਵੀ ਜਿਹੜੀ ਹੈ ਉਸ ਦੇ ਵਿੱਚ ਸੂਚੀ ਦੇ ਵਿੱਚ ਸ਼ਾਮਲ ਹੈ। ਗੱਡੀ ਨੰਬਰ ਹੈ ਜਿਹੜਾ 14632 ਅੰਮ੍ਰਿਤਸਰ ਤੋਂ ਦੇਹਰਾਦੂਨ ਤੇ ਗੱਡੀ ਨੰਬਰ ਹੈ 13152 ਜੰਮੂ ਤਵੀ ਤੋਂ ਕਲਕੱਤਾ ਜਾਣ ਵਾਲੀ, ਉਹ ਵੀ ਇਸ ਦੇ ਵਿੱਚ ਸ਼ਾਮਲ ਹੈ। ਚੌਥੀ ਰੇਲ ਗੱਡੀ ਹੈ 14606 ਨੰਬਰ ਜੰਮੂ ਤਵੀ ਤੋਂ ਹਰਿਦੁਆਰ, ਜੰਮੂ ਤਵੀ ਤੋਂ ਹਾਵੜਾ ਜਾਣ ਵਾਲੀ 12332 ਤੇ ਗੱਡੀ ਨੰਬਰ 14662 ਜੰਮੂ ਤਵੀ ਤੇ ਬਾੜਮੇਰ ਤੇ ਗੱਡੀ ਨੰਬਰ 12208 ਜੰਮੂ ਤਵੀ ਤੋਂ ਕਾਠ ਗੋਦਾਮ। 15012 ਗੱਡੀ ਜਿਹੜੀ ਕਿ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਉਸ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ। 14674 ਜੋ ਅੰਮ੍ਰਿਤਸਰ ਤੋਂ ਜੈਨਗਰ ਜਾਣ ਵਾਲੀ ਗੱਡੀ ਵੀ ਇਸ ਸੂਚੀ 'ਚ ਸ਼ਾਮਲ ਹੈ। ਔਰ ਰੇਲ ਗੱਡੀ 12232 ਨੰਬਰ ਚੰਡੀਗੜ੍ਹ ਤੋਂ ਲਖਨਊ ਵਾਲੀ, ਇੱਕ ਹੋਰ ਨੰਬਰ 13308 ਫਿਰੋਜ਼ਪੁਰ ਤੋਂ ਧੰਨਬਾਦ ਜਾਣ ਵਾਲੀ, 13006 ਅੰਮ੍ਰਿਤਸਰ ਤੋਂ ਹਾਵੜਾ ਜਾਣ ਵਾਲੀ ਤੇ ਗੱਡੀ ਨੰਬਰ 22432 ਉਧਮਪੁਰ ਤੋਂ ਸੂਬੇਦਾਰਗੰਜ ਜਾਣ ਵਾਲੀ ਗੱਡੀ ਵੀ ਇਸ ਸੂਚੀ 'ਚ ਸ਼ਾਮਲ ਹੈ। 14631 ਦੇਹਰਾਦੂਨ ਤੋਂ ਅੰਮ੍ਰਿਤਸਰ, 14887 ਰਿਸ਼ੀਕੇਸ਼ ਤੋਂ ਬਾੜਮੇਰ, 12231 ਲਖਨਊ ਤੇ ਚੰਡੀਗੜ੍ਹ, 14609 ਰੇਲ ਗੱਡੀ ਨੰਬਰ ਹੈ ਜਿਹੜਾ ਰਿਸ਼ੀਕੇਸ਼ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਿਹੜੀ ਇਹ ਰੇਲ ਗੱਡੀ ਜਿਹੜੀ ਹੈ ਸੂਚੀ ਵਿੱਚ ਸ਼ਾਮਲ ਹੈ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ। ਇਹ 17 ਗੱਡੀਆਂ ਦੇ ਤੁਹਾਨੂੰ ਵੇਰਵੇ ਦਿੱਤੇ ਨੇ। ਇਸ ਤੋਂ ਇਲਾਵਾ ਜਿਨ੍ਹਾਂ ਦੇ ਰੂਟ ਬਦਲੇ ਗਏ ਨੇ, ਗੱਡੀ ਨੰਬਰ ਹੈ ਜਿਹੜਾ 13005 ਹਾਵੜਾ ਅੰਮ੍ਰਿਤਸਰ ਤੋਂ ਵਾਇਆ ਪਾਣੀਪਤ ਸਟੇਸ਼ਨ ਤੋਂ ਜਾਏਗੀ। ਗੱਡੀ ਨੰਬਰ 15531 ਸਹਿਰਸਾ ਤੋਂ ਅੰਮ੍ਰਿਤਸਰ ਜਿਹੜੀ ਜਾਣ ਵਾਲੀ ਉਹ ਵਾਇਆ ਪਾਣੀਪਤ ਹੀ ਜਾਏਗੀ। ਗੱਡੀ 13151 ਕਲਕੱਤਾ ਜੰਮੂ ਤਵੀ ਵਾਲੀ ਵਾਇਆ ਪਾਣੀਪਤ ਜਾਏਗੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਡੀਆਂ ਨੇ ਜਿਨ੍ਹਾਂ ਦੇ ਜਿਹੜੇ ਨੇ ਰੂਟ ਬਦਲਣ ਦੀ ਤਿਆਰੀ ਦੇ ਵਿੱਚ ਰੇਲਵੇ ਵਿਭਾਗ ਹੈ, ਪਰ ਜਿਹੜੀਆਂ 17 ਗੱਡੀਆਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ। ਖਾਸ ਕਰਕੇ ਜਿਹੜਾ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਗੱਡੀਆਂ ਨੇ ਜਾਂ ਫਿਰੋਜ਼ਪੁਰ ਨੂੰ ਆਉਣ ਜਾਣ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਕੁਝ ਰੱਦ ਕੀਤੀਆਂ ਗਈਆਂ ਨੇ, ਕੁਝ ਤੇ ਰੂਟ ਬਦਲ ਦਿੱਤੇ ਗਏ ਨੇ। ਪੰਜਾਬ 'ਚ ਕਈ ਥਾਵਾਂ ਤੇ ਬਿਜਲੀ ਗੁੱਲ ਹੋ ਗਈ ਹੈ। ਇਹ ਬੱਤੀ ਜਾਣ ਦਾ ਕਾਰਨ ਇੱਕੋ ਇੱਕ ਹੈ, ਕੁਦਰਤੀ ਆਫਤ। ਲਗਾਤਾਰ ਮੀਂਹ ਪੈਣ ਦੇ ਕਰਕੇ ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਖੜਨ ਦੇ ਕਰਕੇ ਸਮੱਸਿਆ ਪੈਦਾ ਹੋ ਰਹੀ ਹੈ ਔਰ ਬਿਜਲੀ ਕਈ ਥਾਵਾਂ ਦੇ ਉੱਤੇ ਸਪਲਾਈ ਇਸ ਕਰਕੇ ਵੀ ਠੱਪ ਕੀਤੀ ਗਈ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਜਦੋਂ ਪਾਣੀ ਦੇ ਨਾਲ ਸੰਪਰਕ ਬਿਜਲੀ ਦੇ ਖੰਭਿਆਂ ਨਾਲ ਹੁੰਦਾ ਹੈ, ਤਾਰਾਂ ਨਾਲ ਹੁੰਦਾ ਹੈ, ਵਿਛਾਏ ਗਏ ਜਾਲ ਨਾਲ ਹੁੰਦਾ ਹੈ ਤਾਂ ਕਰੰਟ ਵੀ ਫੈਲਣ ਦੀ ਸੰਭਾਵਨਾ ਹੁੰਦੀ ਹੈ। ਕਈ ਥਾਵਾਂ ਤੇ ਜੇ ਨੁਕਸਾਨ ਵੀ ਹੋਏ ਨੇ, ਇਸੇ ਕਰਕੇ ਬਚਣ ਦੇ ਮਾਰੇ ਵੀ ਕਈ ਥਾਵਾਂ ਤੇ ਕੱਟ ਲਗਾ ਦਿੱਤੇ ਗਏ ਨੇ। ਔਰ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਿਜਲੀ ਹਾਲੇ ਤੱਕ ਨਹੀਂ ਆ ਸਕੀ, ਕਈ ਸਮੇਂ ਹੋ ਗਏ, ਕਈ ਤਾਂ ਪੰਜਾਬ ਦਾ ਇਲਾਕਾ ਉਹ ਆ ਜਿੱਥੇ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਬਿਜਲੀ ਠੱਪ ਹੈ। ਖਾਸ ਕਰਕੇ ਮੋਹਾਲੀ ਦਾ ਕੁਝ ਇਲਾਕਾ, ਕਿਉਂਕਿ ਜਾਣਕਾਰੀ ਇਹ ਮਿਲ ਰਹੀ ਹੈ ਕਿ PSPCL ਦਾ ਜਿਹੜਾ ਦਫ਼ਤਰ ਆ
ਇਲਾਕਾ ਜ਼ਿਰਕਪੁਰ ਦੇ ਵਿੱਚ ਪੈਂਦਾ ਉਸ ਦੇ ਵਿੱਚ ਪਾਣੀ ਵੜ ਚੁੱਕਾ। ਪਾਣੀ ਵੀ ਹੈ ਜਿਹੜਾ ਦਫ਼ਤਰ ਵੀ ਹੈ ਜਿਹੜਾ ਪਾਣੀ ਦੇ ਕਰਕੇ ਡੁੱਬਣ ਦੇ ਕਿਨਾਰੇ ਹੈ। ਇਸ ਕਰਕੇ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਬਿਜਲੀ ਮਹਿਕਮਾ, ਜਿਸ ਦੇ ਕਰਕੇ ਬਿਜਲੀ ਠੱਪ ਹੈ। ਤੁਹਾਡੇ ਘਰਾਂ 'ਚ ਕਦੋਂ ਬਿਜਲੀ ਆਵੇਗੀ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਜੇਕਰ ਤੁਸੀਂ ਆਸ ਲਾਈ ਬੈਠੇ ਹੋ ਕਿ ਸਾਡੇ ਮੋਬਾਈਲ, ਲੈਪਟਾਪ ਜਾਂ ਕੋਈ ਹੋਰ ਸਮੱਗਰੀ ਇਲੈਕਟ੍ਰੋਨਿਕ ਜਿਸ ਤੇ ਤੁਹਾਡਾ ਕੰਮ ਖੜਿਆ, ਕਈ ਵਰਕ ਫਰੋਮ ਹੋਮ ਕਰਦੇ ਨੇ ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਵਿੱਚ, ਉਹਨਾਂ ਦੇ ਕੰਮ ਫਿਲਹਾਲ ਠੱਪ ਹੀ ਰਹਿਣਗੇ ਕਿਉਂਕਿ ਬਿਜਲੀ ਦਾ ਕੋਈ ਬਦਲਵਾਂ ਪ੍ਰਬੰਧ ਵੀ ਨਹੀਂ ਹੈ। ਜਿਨ੍ਹਾਂ ਦੇ ਘਰਾਂ ਵਿੱਚ ਇਨਵਰਟਰ ਲੱਗੇ ਨੇ ਜਾਂ ਜਨਰੇਟਰ ਦਾ ਪ੍ਰਬੰਧ ਹੈ, ਜਨਰੇਟਰ ਵਾਲੇ ਤਾਂ ਫਿਰ ਵੀ ਲੰਮਾ ਸਮਾਂ ਬਿਜਲੀ ਦਾ ਪ੍ਰਬੰਧ ਕਰ ਪਾਉਣਗੇ, ਪਰ ਇਨਵਰਟਰ ਦੀਆਂ ਬੈਟਰੀਆਂ ਵੀ ਨੇ ਜਿਹੜੀਆਂ ਉਹ ਕਈ ਥਾਵਾਂ ਤੇ ਜਿਹੜੀਆਂ ਨੇ ਡਾਊਨ ਹੋ ਚੁੱਕੀਆਂ ਨੇ, ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ। ਜਿਨ੍ਹਾਂ ਦੇ ਕੰਮ ਬਿਜਲੀ ਦੇ ਕਰਕੇ ਨੇ ਖੜੇ ਨੇ ਉਹ ਉਸੇ ਤਰ੍ਹਾਂ ਧਰੇ ਧਰਾਏ ਰਹਿ ਗਏ। ਹੁਣ ਜੇਕਰ ਗੱਲ ਕੀਤੀ ਜਾਵੇ ਪੜ੍ਹਨ ਲਿਖਣ ਵਾਲੇ ਜਿਹੜੇ ਵਿਦਿਆਰਥੀ ਨੇ ਘਰਾਂ ਦੇ ਵਿੱਚ ਨੇ, ਸਕੂਲਾਂ ਵਿੱਚ ਤਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਛੁੱਟੀਆਂ ਹੋ ਚੁੱਕੀਆਂ ਨੇ, ਘਰਾਂ ਦੇ ਵਿੱਚ ਆਨਲਾਈਨ ਪੜ੍ਹਾਈ ਕਰਨ ਦਾ ਜਿਹੜਾ ਇੱਕ ਰਸਤਾ ਬਚਦਾ ਸੀ ਉਹ ਵੀ ਕਈ ਥਾਵਾਂ ਤੇ ਬੰਦ ਹੋ ਚੁੱਕਾ ਹੈ। ਹਾਲਾਂਕਿ ਹਾਲੇ ਤੱਕ ਪੂਰੇ ਸੂਬੇ ਦੇ ਵਿੱਚ ਅਜਿਹੀ ਸਥਿਤੀ ਨਹੀਂ ਬਣੀ, ਪਰ ਬਹੁਤ ਸਾਰੇ ਅਜਿਹੇ ਇਲਾਕੇ ਨੇ, ਖਾਸ ਕਰਕੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ। 24 ਘੰਟਿਆਂ ਤੋਂ ਜਿਹੜਾ ਮੋਹਾਲੀ ਦਾ ਇਲਾਕਾ ਹੈ, ਕੁਛ ਖਾਸ ਕਰਕੇ ਜ਼ੀਰਕਪੁਰ ਫੀਡਰ ਦੇ ਨਾਲ ਪੈਂਦਾ ਹੋਇਆ, ਉੱਥੇ ਲਾਈਟ ਨਹੀਂ ਹੈ, ਬਿਜਲੀ ਦਾ ਪ੍ਰਬੰਧ ਨਹੀਂ ਹੈ। PSPCL ਦੇ ਆਫਿਸ ਦੇ ਵਿੱਚ ਪਾਣੀ ਭਰ ਚੁੱਕਾ। ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਬਿਜਲੀ ਜਿਹੜੀ ਹੈ ਬੱਤੀ ਗੁੱਲ ਹੈ, ਜਿਸ ਕਰਕੇ ਬਾਰਿਸ਼ ਨੂੰ ਹੀ ਵਜ੍ਹਾ ਦੱਸਿਆ ਜਾ ਰਿਹਾ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੈ ਕਿ ਉਸ ਦੇ ਨਾਲ ਕਈ ਪਰੇਸ਼ਾਨੀਆਂ, ਦਿੱਕਤਾਂ ਸਾਹਮਣੇ ਆ ਰਹੀਆਂ ਨੇ। ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਬੀਤੇ 24 ਘੰਟਿਆਂ ਤੋਂ ਬਿਜਲੀ ਨਹੀਂ ਆਈ। ਬਿਜਲੀ ਕਦੋਂ ਆਏਗੀ ਇਸ ਦੇ ਲਈ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਨੇ, ਚਿੰਤਾ ਵੀ ਵੱਧ ਰਹੀ ਹੈ। ਖਾਸ ਕਰਕੇ ਜਿਹੜੀਆਂ ਸੁਸਾਇਟੀਜ਼ ਬਣੀਆਂ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ, ਉੱਥੇ ਕੋਈ ਹੋਰ ਬੈਕਅਪ ਦਾ ਪ੍ਰਬੰਧ ਵੀ ਉਸ ਤਰ੍ਹਾਂ ਨਹੀਂ ਹੈ ਔਰ ਲੋਕਾਂ ਦਾ ਜਿੱਥੇ ਆਰਾਮ, ਜਿੱਥੇ ਹੀ ਕਰਨ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਰੈਗੂਲਰ ਚੱਲਣ ਵਾਲੀ ਰੋਜ਼ਮਰਾ ਦੀ ਜ਼ਿੰਦਗੀ, ਉੱਥੇ ਸਾਰੇ ਪਾਸੇ ਬ੍ਰੇਕ ਲੱਗ ਚੁੱਕੀ ਹੈ। ਲੋਕ ਪਰੇਸ਼ਾਨ ਨੇ। ਇੱਥੇ ਹੀ ਜਿਹੜੇ ਇੰਡੀਪੈਂਡੈਂਟ ਮਕਾਨ ਨੇ ਜਾਂ ਫਿਰ ਕੋਠੀਆਂ ਨੇ, ਉੱਥੇ ਜਿਵੇਂ ਮੈਂ ਪਹਿਲਾਂ ਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇਨਵਰਟਰ ਵੀ ਬੰਦ ਹੋ ਚੁੱਕੇ ਨੇ, ਤਾਂ ਜਿਹੜੀ ਸਪਲਾਈ ਹੈ ਉਹ ਵੀ ਬੰਦ ਹੋ ਚੁੱਕੀ ਹੈ। PSPCL ਜ਼ੀਰਕਪੁਰ ਦੁਆਰਾ ਮੋਬਾਈਲ ਹੈਲਪਲਾਈਨ ਨੰਬਰ ਤੇ ਕੋਈ ਜਵਾਬ ਸਾਰਥਕ ਉਸ ਢੰਗ ਦੇ ਨਾਲ ਨਹੀਂ ਆ ਰਹੇ ਕਿਉਂਕਿ ਉੱਥੇ ਵੀ ਸੇਵਾਵਾਂ ਠੱਪ ਨੇ। ਲੋਕ ਪਰੇਸ਼ਾਨ ਨੇ, ਕਈ ਵਾਰ ਘੰਟੀ ਮਾਰ ਚੁੱਕੇ ਨੇ ਉਸ ਨੰਬਰਾਂ ਦੇ ਉੱਤੇ। ਕਈਆਂ ਦਾ ਨੰਬਰ ਲੱਗਿਆ, ਕਈਆਂ ਦਾ ਨਹੀਂ ਲੱਗਿਆ। ਜਿਨ੍ਹਾਂ ਦਾ ਸੰਪਰਕ ਹੋਇਆ ਵੀ ਉਹਨਾਂ ਨੂੰ ਇਹੀ ਭਰੋਸਾ ਦਿੱਤਾ ਗਿਆ ਕਿ ਸਬਰ ਕਰੋ, ਬਿਜਲੀ ਦਾ ਪ੍ਰਬੰਧ ਮੁੜ ਬਹਾਲ ਕੀਤਾ ਜਾਵੇਗਾ। ਇਸ ਨੂੰ ਲੈ ਕੇ ਇਸੇ ਤਰ੍ਹਾਂ ਹੀ ਜੇਕਰ ਸਥਿਤੀ ਬਣੀ ਹੋਈ ਹੈ, ਜੇਕਰ PSPCL ਦੇ ਦਫ਼ਤਰ ਦੇ ਵਿੱਚ ਹੀ ਪਾਣੀ ਵੜ ਜਾਵੇ, ਹਾਲਾਂਕਿ ਡਿਫੈਂਸ ਕਲੋਨੀ ਦੇ ਵਿੱਚ ਜਿਹੜਾ PSPCL ਦਫ਼ਤਰ ਹੈ ਜ਼ੀਰਕਪੁਰ ਦਾ, ਉੱਥੇ ਮੀਂਹ ਦਾ ਪਾਣੀ ਇੰਨਾ ਜ਼ਿਆਦਾ ਭਰ ਚੁੱਕਾ ਹੈ ਕਿ ਆਫਿਸ ਨੂੰ ਬੰਦ ਕਰਨਾ ਪਿਆ ਔਰ ਆਫਿਸ ਦੇ ਵਿੱਚ ਰੱਖੇ ਰਿਕਾਰਡ ਨੂੰ ਵੀ ਸੁਰੱਖਿਅਤ ਥਾਂ ਦੇ ਉੱਤੇ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਕਿ ਉਸ ਦਾ ਰਿਕਾਰਡ ਹੈ ਜਿਹੜਾ ਸੁਰੱਖਿਅਤ ਥਾਂ ਦੇ ਉੱਤੇ ਰੱਖਿਆ ਜਾਵੇ। PSPCL ਜ਼ੀਰਕਪੁਰ ਖੁਦ ਆਫਿਸ ਦੇ ਵਿੱਚ ਜਦੋਂ ਪਾਣੀ ਵੜ ਜਾਵੇ ਤਾਂ ਫਿਰ ਜਿਹੜਾ ਬਿਜਲੀ ਦਾ ਸਪਲਾਈ ਦਾ ਠੱਪ ਹੋਣਾ ਸੁਭਾਵਿਕ ਹੈ। ਭਾਰੀ ਮੀਂਹ ਦੇ ਕਰਕੇ ਜ਼ੀਰਕਪੁਰ ਦੇ VIP ਰੋਡ ਤੇ, ਗਾਜ਼ੀਪੁਰ, AKS ਕਲੋਨੀ ਔਰ ਲੋਹਗੜ੍ਹ, ਢਕੋਲੀ, ਇਹ ਸਾਰੇ ਇਲਾਕੇ ਜਿਹੜੇ ਨੇ ਉੱਥੇ ਬਿਜਲੀ ਠੱਪ ਹੈ। ਨਾਲ ਹੀ ਇਸ ਦਾ ਲੱਗਦਾ ਐਰੋ ਸਿਟੀ ਦਾ ਏਰੀਆ ਜਿਹੜਾ ਉਹ 에ਅਰਪੋਰਟ ਰੋਡ ਵਾਲਾ, ਉੱਥੇ ਵੀ ਸਾਰੀ ਬਿਜਲੀ ਠੱਪ। ABC ਬੁਲੇਟਿਨ ਦੀਆਂ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਬਣੇ ਰਹੋ ਲਗਾਤਾਰ ABC ਪੰਜਾਬ ਦੇ ਨਾਲ।